ਅਕਸਰ ਹੀ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਕਹਾਵਤ ਬੜੀ ਪ੍ਰਚਲਿਤ ਹੈ ਕਿ ਜਿਸ ਦੀ ਧੀ ਸਹੁਰੇ ਘਰ ਸੁਖੀ ਹੁੰਦੀ ਹੈ ਉਸ ਦੇ ਮਾਪਿਆਂ ਦੀ ਉਮਰ ਦੁੱਗਣੀ ਹੋ ਜਾਂਦੀ ਹੈ ਕਿਉਂਕਿ ਮਾਪੇ ਲੱਖਾਂ ਰੁਪਏ ਲਗਾ ਕੇ ਇੱਕ ਧੀ ਦਾ ਵਿਆਹ ਕਰਦੇ ਨੇ ਅਤੇ ਜਦੋਂ ਉਹ ਧੀ ਹੀ ਆਪਣੇ ਸਹੁਰੇ ਘਰ ਦੇ ਵਿੱਚ ਸੁਖੀ ਨਹੀਂ ਵਸਦੀ ਤਾਂ ਮਾਪਿਆਂ ਦਾ ਜਿਉਂਦੇ ਜੀ ਮਰਨ ਹੋ ਜਾਂਦਾ ਹੈ। ਸਮਾਂ ਬਦਲਿਆ, ਹਾਲਾਤ ਬਦਲੇ ਕਿਉਂਕਿ ਇੱਕ ਸਮਾਂ ਸੀ ਕਿ ਜਦੋਂ ਵਿਦੇਸ਼ਾਂ ਤੋਂ ਆ ਕੇ ਮੁੰਡੇ ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਲੈਂਦੇ ਸਨ ਤੇ ਬਾਅਦ ਦੇ ਵਿੱਚ ਵਿਦੇਸ਼ ਜਾ ਕੇ ਆਪਣੀ ਪਤਨੀ ਦੀ ਸੁੱਖ ਸਾਂਦ ਲੈਣੀ ਵੀ ਜ਼ਰੂਰੀ ਨਹੀਂ ਸਮਝਦੇ ਸਨ। ਪਰ ਹੁਣ ਸਮਾਂ ਕੁਝ ਹੋਰ ਹੀ ਆ ਚੁੱਕਿਆ ਹੈ ਕਿਉਂਕਿ ਜਿਹੜੀ ਖੇਡ ਇਹਨਾਂ ਧੋਖੇਬਾਜ਼ ਮੁੰਡਿਆਂ ਦੇ ਵੱਲੋਂ ਖੇਡੀ ਜਾਂਦੀ ਸੀ, ਅੱਜ ਉਹੀ ਖੇਡ ਪੰਜਾਬ ਦੀਆਂ ਕੁੜੀਆਂ ਦੇ ਵੱਲੋਂ ਪੰਜਾਬ ਦੇ ਮੁੰਡਿਆਂ ਦੇ ਨਾਲ ਹੀ ਖੇਡੀਆਂ ਜਾ ਰਹੀਆਂ ਨੇ। ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਤੇ ਅਸੀਂ ਸਾਰੇ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਨੇ। ਚਾਹੇ ਉਹ ਬਰਨਾਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦਾ ਮਾਮਲਾ ਹੋਵੇ ਜਿਸ ਨੇ ਖੁਦਕੁਸ਼ੀ ਕਰ ਲਈ ਹੈ ਤੇ ਚਾਹੇ ਮਾਛੀਵਾੜੇ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦਾ ਮਾਮਲਾ ਹੋਵੇ ਕਿ ਕਿਸ ਤਰ੍ਹਾਂ ਕਰਜ਼ਾ ਚੁੱਕ ਕੇ ਮੁੰਡੇ ਵਾਲੇ ਦੇ ਵੱਲੋਂ ਪੈਸੇ ਲਗਾਏ ਗਏ ਤੇ ਬਾਅਦ ਦੇ ਵਿੱਚ ਉਹਨਾਂ ਦੀ ਪਤਨੀ ਵਿਦੇਸ਼ ਜਾ ਕੇ ਮੁੱਕਰ ਜਾਂਦੀ ਹੈ। ਇਹ तमाम ਮਾਮਲਿਆਂ ਨੇ ਇੱਕ ਵਾਰ ਫੇਰ ਇਹ ਸੋਚਣ ਨੂੰ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਸੱਭਿਆਚਾਰ, ਸਾਡਾ ਪੰਜਾਬ ਇਹ ਕਿੱਧਰ ਨੂੰ ਜਾ ਰਿਹਾ ਹੈ, ਸਾਡੀ ਇਹ ਨੌਜਵਾਨ ਪੀੜ੍ਹੀ ਕਿਹੜੇ ਰਾਹੀਂ ਪੈ ਚੁੱਕੀ ਹੈ। ਨਾ ਸਿਰਫ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਬਲਕਿ ਕੈਨੇਡਾ ਦੇ ਵਿੱਚ ਵੀ ਇਹਨਾਂ तमाम ਮੁੱਦਿਆਂ ਨੂੰ ਲੈ ਕੇ ਇੱਕ ਵੱਡੀ ਚਰਚਾ ਛਿੜੀ ਹੋਈ ਹੈ। ਇਹ ਚਰਚਾ ਵੀ ਕੈਨੇਡਾ ਦੇ ਲੋਕਾਂ ਦੇ ਨਾਲ-ਨਾਲ ਕੈਨੇਡਾ ਦੀ ਸਰਕਾਰ ਦੇ ਵਿੱਚ ਵਿਛੜੀ ਹੋਈ ਹੈ ਕਿਉਂਕਿ ਬਰਨਾਲਾ ਦੇ ਲਵਪ੍ਰੀਤ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਆਪਣੀ ਪਤਨੀ ਦੇ ਵਿਜੋਗ ਦੇ ਵਿੱਚ ਕਿਉਂਕਿ ਉਸ ਦੀ ਪਤਨੀ ਨੇ ਤਾਂ ਉਸ ਨੂੰ ਬਲੌਕ ਹੀ ਕਰ ਦਿੱਤਾ ਸੀ, ਉਸ ਨਾਲ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝਦੀ ਸੀ, ਇਨਕਾਰ ਕਰ ਦਿੱਤਾ ਸੀ ਉਸ ਨੂੰ ਵਿਦੇਸ਼ ਬੁਲਾਉਣ ਦੇ ਲਈ, ਤਾਂ ਜਿਸ ਤੋਂ ਬਾਅਦ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ। ਤਾਂ ਸਭ ਤੋਂ ਜ਼ਿਆਦਾ ਇਹ ਮਾਮਲਾ ਜੋ ਬਰਨਾਲਾ ਦੇ ਪਿੰਡ ਧਨੌਲਾ ਦਾ ਇਹ ਸਭ ਤੋਂ ਜ਼ਿਆਦਾ ਮਾਮਲਾ ਚਰਚਾ ਦੇ ਵਿੱਚ ਆਇਆ ਹੋਇਆ ਹੈ ਤੇ ਛੇਤੀ ਹੀ ਕੈਨੇਡਾ ਦੀ ਸਰਕਾਰ ਇਹਨਾਂ ਧੋਖੇਬਾਜ਼ ਕੁੜੀਆਂ ਨੂੰ ਲੈ ਕੇ ਸਖਤ ਐਕਸ਼ਨ ਲੈ ਸਕਦੀ ਹੈ। ਕਿਹੜਾ ਐਕਸ਼ਨ ਕੈਨੇਡਾ ਦੀ ਸਰਕਾਰ ਲਵੇਗੀ ਇਹਨਾਂ ਕੁੜੀਆਂ ਨੂੰ ਲੈ ਕੇ? ਕਿ ਇਹ ਜਿੰਨੇ ਹੁਣ ਤੱਕ ਮਾਮਲੇ ਸਾਹਮਣੇ ਆਏ ਨੇ ਇਹਨਾਂ ਮਾਮਲਿਆਂ ਦੇ ਵਿੱਚ ਕਿੰਨੀ ਸੱਚਾਈ ਹੈ ਅਤੇ ਕਿਹੜੀਆਂ-ਕਿਹੜੀਆਂ ਕੁੜੀਆਂ ਨੂੰ ਹੁਣ ਕੈਨੇਡਾ ਦੀ ਸਰਕਾਰ ਡਿਪੋਰਟ ਕਰ ਸਕਦੀ ਹੈ, ਵੇਖੋ ਇਸ ਖਾਸ ਰਿਪੋਰਟ ਦੇ ਵਿੱਚ। ਵਿਦੇਸ਼ ਜਾ ਕੇ ਮੁੱਕਰਨ ਵਾਲੀਆਂ ਕੁੜੀਆਂ ਹੋ ਜਾਓ ਸਾਵਧਾਨ। ਕੈਨੇਡਾ ਜਾ ਕੇ ਮੁੱਕਰਨ ਵਾਲੀਆਂ ਕੁੜੀਆਂ ਦੀ ਹੁਣ ਖੈਰ ਨਹੀਂ। ਪੰਜਾਬ ਤੋਂ ਕੈਨੇਡਾ ਜਾ ਕੇ ਮੁੱਕਰੀਆਂ ਕੁੜੀਆਂ ਦੇ ਚਰਚੇ ਹੋਣ ਲੱਗੇ ਕੈਨੇਡਾ ਵਿੱਚ। ਕੈਨੇਡਾ ਸਰਕਾਰ ਲਵੇਗੀ ਇਹਨਾਂ ਕੁੜੀਆਂ ਤੇ ਸਖਤ ਐਕਸ਼ਨ। ਹਮੇਸ਼ਾ ਨਹੀਂ ਹੋ ਸਕਦੇ ਨੇ ਅਜਿਹੀਆਂ ਕੁੜੀਆਂ ਲਈ ਦਰਵਾਜ਼ੇ ਬੰਦ। ਪਿਛਲੇ ਸਮਿਆਂ ਦਰਮਿਆਨ ਅਸੀਂ ਸਾਰਿਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿੱਚ ਕੁੜੀਆਂ ਨਾਲ ਵਿਆਹ ਕਰਵਾ ਕੇ ਉਹਨਾਂ ਨਾਲ ਧੋਖਾ ਕਰਨ ਦੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਸਨ। ਕੁੜੀਆਂ ਇੱਥੇ ਬੈਠੀਆਂ ਰੋਂਦੀਆਂ ਕੁਰਲਾਉਂਦੀਆਂ ਗੁਹਾਰ ਲਗਾਉਂਦੀਆਂ ਸਨ ਪਰ ਉਹਨਾਂ ਦੇ ਪਤੀ ਵਿਦੇਸ਼ਾਂ ਤੋਂ ਵਾਪਸ ਨਹੀਂ ਆਉਂਦੇ ਸਨ। ਪਰ ਹੁਣ ਸਮਾਂ ਬਦਲ ਚੁੱਕਿਆ ਹੈ, ਹਾਲਾਤ ਬਦਲ ਚੁੱਕੇ ਨੇ ਅਤੇ ਹੁਣ ਇਹ ਧੋਖਾ ਕੁੜੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਆਏ ਦਿਨ ਇਸ ਤਰ੍ਹਾਂ ਦੇ ਮਾਮਲੇ ਵੇਖਣ ਨੂੰ ਮਿਲ ਰਹੇ ਨੇ ਕਿ ਜਿਸ ਦੀ ਚਰਚਾ ਹੁਣ ਕੈਨੇਡਾ ਦੇ ਵਿੱਚ ਵੀ ਹੋਣ ਲੱਗ ਪਈ ਹੈ। ਬਰਨਾਲਾ ਦੇ ਲਵਪ੍ਰੀਤ ਦੀ ਗੱਲ ਕਰ ਲਈਏ ਜਾਂ ਫਿਰ ਜ਼ਿਲ੍ਹਾ ਲੁਧਿਆਣਾ ਦੇ ਸੁਖਵਿੰਦਰ ਸਿੰਘ ਦੀ ਗੱਲ ਕਰੀਏ, ਅਜਿਹੇ ਹੋਰ ਬਹੁਤ ਸਾਰੇ ਮਾਮਲੇ ਨੇ ਕਿ ਜਿੱਥੇ ਕੁੜੀਆਂ ਮੁੰਡੇ ਵਾਲਿਆਂ ਤੋਂ ਪੈਸੇ ਲਗਾ ਕੇ ਬਾਹਰ ਚਲੀਆਂ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਆਪਣੇ ਪਤੀ ਨੂੰ ਬੁਲਾਉਣ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੰਦੀਆਂ ਨੇ। ਇੱਥੋਂ ਤੱਕ ਕਿ ਉਹਨਾਂ ਦਾ ਨੰਬਰ ਵੀ ਬਲੌਕ ਲਿਸਟ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਪਰ ਹੁਣ ਇਹਨਾਂ तमाम ਕੁੜੀਆਂ ਦੀ ਖੈਰ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਧੋਖਾਧੜੀ ਕਰਨ ਵਾਲੀਆਂ ਕੁੜੀਆਂ ਦੇ ਚਰਚੇ ਹੁਣ ਕੈਨੇਡਾ ਦੀ ਸਰਕਾਰ ਦੇ ਵਿੱਚ ਵੀ ਹੋਣ ਲੱਗ ਪਏ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਅਜਿਹੀਆਂ ਧੋਖੇਬਾਜ਼ ਕੁੜੀਆਂ ਦੇ ਲਈ ਹਮੇਸ਼ਾ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਹੋ ਸਕਦੇ ਨੇ।
ਕੈਨੇਡਾ ਦੇ ਵਿੱਚ ਜੇਕਰ ਕੋਈ ਮਾਮਲਾ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਤਾਂ ਉਹ ਮਾਮਲਾ ਹੈ ਬਰਨਾਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਦਾ, ਜਿਸ ਨੇ ਕਿ ਲੱਖਾਂ ਰੁਪਏ ਲਗਾ ਕੇ ਆਪਣੀ ਵਹੁਟੀ ਨੂੰ ਕੈਨੇਡਾ ਭੇਜਿਆ, ਜਿਸ ਤੋਂ ਬਾਅਦ ਉਹ ਲਗਾਤਾਰ ਮੈਸੇजेस ਦੇ ਰਾਹੀਂ ਜਾਂ ਫਿਰ ਫੋਨ ਕਾਲ ਰਾਹੀਂ ਆਪਣੀ ਪਤਨੀ ਨਾਲ ਸੰਪਰਕ ਕਰਨਾ ਚਾਹੁੰਦਾ ਸੀ, ਪਰ ਉਸ ਦੀ ਪਤਨੀ ਨੇ ਉਸ ਨੂੰ ਇਗਨੋਰ ਮਾਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਉਸ ਦੇ ਗਮ ਦੇ ਵਿੱਚ ਆ ਕੇ ਲਵਪ੍ਰੀਤ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ। ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਲੱਖਾਂ ਰੁਪਏ ਲਗਾ ਕੇ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਨੂੰ ਕੈਨੇਡਾ ਭੇਜਿਆ ਅਤੇ ਉੱਥੇ ਜਾ ਕੇ ਬੇਅੰਤ ਦੇ ਤੇਵਰ ਹੀ ਬਦਲ ਗਏ ਸਨ। ਨਾ ਸਿਰਫ ਬੇਅੰਤ ਦੇ ਵੱਲੋਂ ਲਵਪ੍ਰੀਤ ਨਾਲ ਗੱਲਬਾਤ ਕੀਤੀ ਜਾਂਦੀ ਸੀ, ਬਲਕਿ ਜਦੋਂ ਵੀ ਮਾੜੀ ਮੋਟੀ ਗੱਲਬਾਤ ਹੁੰਦੀ ਸੀ ਤਾਂ ਲਵਪ੍ਰੀਤ ਦੇ ਨਾਲ ਲੜਾਈ ਦਾ ਕੋਈ ਨਾ ਕੋਈ ਬਹਾਨਾ ਬੇਅੰਤ ਕੌਰ ਦੇ ਵੱਲੋਂ ਲੱਭਿਆ ਜਾਂਦਾ ਸੀ। 24 ਤੋਂ 25 ਲੱਖ ਰੁਪਇਆ ਸਾਡਾ ਲੱਗ ਗਿਆ ਵੀਰੇ। ਸਾਨੂੰ ਪੈਸੇ ਨਾਲ ਕੋਈ ਬੜਾ ਮਤਲਬ ਨਹੀਂ ਹੈਗਾ, ਪੈਸੇ ਦਾ ਤਾਂ ਕੋਈ ਚੱਕਰ ਨਹੀਂ। ਸਾਡੇ ਮੁੰਡੇ ਨੂੰ ਲੈ ਜਾਂਦੀ, ਉੱਥੇ ਲਿਆ ਕੇ ਛੱਡ ਦਿੰਦੀ, ਬੇਸ਼ੱਕ ਸਾਡੇ ਮੁੰਡੇ ਨਾਲ ਨਾ ਰਹਿੰਦੀ, ਉਹ ਸਾਨੂੰ ਕੋਈ ਚੱਕਰ ਨਹੀਂ ਸੀ। ਸਾਡਾ ਮੁੰਡਾ ਗਿਆ, ਸਾਨੂੰ ਉਹਦਾ ਦੁੱਖ ਹੈਗਾ। ਪੈਸਾ ਤਾਂ ਚਲੋ ਆਉਂਦਾ ਜਾਂਦਾ ਰਹਿੰਦਾ, ਪੈਸੇ ਦਾ ਕੋਈ ਬੜਾ ਹੋ ਨਹੀਂ ਹੈਗਾ। ਹੁਣ ਕੱਲ ਮੇਰੀ ਰਾਤ ਕੈਨੇਡਾ ਦੇ ਪੱਤਰਕਾਰ ਨਾਲ ਗੱਲ ਹੋਈ ਹੈ, ਉਹਨੂੰ ਵੀ ਮੈਂ ਕਿਹਾ ਸੀ, ਮੈਂ ਜੇ ਲੈ ਜਾਂਦੀ, ਉਹ ਕਹਿੰਦਾ ਉਹਨੇ ਕੁੜੀ ਨੇ ਉਹਨੂੰ ਕਿਹਾ ਪੱਤਰਕਾਰ ਨੂੰ ਵੀ ਮੈਨੂੰ ਮੁੰਡਾ ਪਸੰਦ ਨਹੀਂ ਸੀ। ਜਦੋਂ ਉਹਨੂੰ ਪਸੰਦ ਨਹੀਂ ਸੀ, 1 ਸਾਲ ਉਹ ਕੈਨੇਡਾ 'ਚ ਰਹੀ ਹੈ, ਦੁਬਾਰੇ ਆ ਕੇ ਵਿਆਹ ਕਰਾ ਕੇ ਗਈ ਹੈ। 700 ਫੀਸਾਂ ਪਰ ਕਿਉਂ ਭਰਾਈਆਂ? 700 ਫੀਸਾਂ ਉਹਨੇ ਸਾਨੂੰ ਉਹਦੀ ਕਹਿੰਦੀ ਵੀ ਮੈਨੂੰ ਤਾਂ ਮੁੰਡਾ ਪਸੰਦ ਨਹੀਂ। ਉਹਨੇ ਮਾਪਿਓ, ਉਹ ਆਪਦੇ ਮਾਪਿਓ ਨੂੰ ਘਰੇ ਚੀਜ਼ਾਂ ਭੇਜਦੀ ਸੀ, ਉਹਦੇ ਮਾਪਿਓ ਨੂੰ ਇੱਕ ਦਿਨ ਵੀ ਨਹੀਂ ਰੋਕਿਆ ਵੀ ਭਾਈ ਤੂੰ ਉਹਨਾਂ ਨੂੰ ਕੀ ਭੇਜਦੀ ਹੈ। ਮਾਪਿਓ ਦੀ ਵੀ ਮੇਜਰ ਗਲਤੀ ਹੈ ਇਹ। ਮਾਪਿਓ ਨੇ ਧੀ ਨੂੰ ਸਮਝਾਉਣਾ ਸੀ, ਭਾਈ ਤੇਰੇ ਸਹੁਰਿਆਂ ਦਾ ਇੰਨਾ ਪੈਸਾ ਲੱਗਿਆ, ਤੂੰ ਉਹਨਾਂ ਨੂੰ ਪੈਸੇ ਭੇਜ। ਲਾਡੀ ਨੂੰ ਇੱਕ ਵੀ ਉਹਨੇ ਡਾਕੂਮੈਂਟ ਨਹੀਂ ਭੇਜਿਆ। ਉੱਥੇ ਥਾਂ ਇੱਕ ਥਾਵੇਂ ਉਹਨੇ ਲਿਖਿਆ ਵੀ ਹੋਇਆ ਚੈਟ ਦੇ ਵਿੱਚ, ਇੱਕ ਨਹੀਂ ਘੱਟੋ ਘੱਟ 3-4 ਥਾਵੇਂ ਵੀ ਮੈਂ ਸੁਸਾਈਡ ਕਰ ਲੂੰਗਾ, ਵੀ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਜ਼ਿੰਦਗੀ ਜਿਉਣ ਦੀ। ਵੀ ਉਹਨੂੰ ਲੋਕ ਮਜ਼ਾਕ ਕਰ ਰਹੇ ਵੀ ਨਾਲੇ ਦਾ ਲਾਡੀ ਤੇਰਾ ਵਾਹਣ ਵਿਕੂਗਾ ਤੇ ਨਾਲੇ ਉਹ ਤੈਨੂੰ ਲੈ ਕੇ ਨਹੀਂ ਜਾਂਦੀ। ਉਹੀ ਕੰਮ ਹੋ ਗਿਆ ਜੀ। ਸੁਸਾਈਡ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਿਆ ਵੀ ਗੱਲ ਇੱਥੇ ਤੱਕ ਵਗ ਗਈ ਸੀ, ਜਦੋਂ ਉਹਦੇ ਫੋਨਾਂ ਦੀਆਂ ਚੈਟਾਂ ਕੱਢੀਆਂ ਸੀ। ਉੱਥੇ ਹੀ ਦੂਜੇ ਪਾਸੇ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੇ ਦਰਮਿਆਨ ਬੇਅੰਤ ਦੇ ਵੱਲੋਂ ਆਪਣੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਚੁੱਕਿਆ ਹੈ, ਕਿਉਂਕਿ ਬੇਅੰਤ ਦੇ ਵੱਲੋਂ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ ਗਈ ਸੀ ਕਿ ਉਸ ਦੇ ਕਿਸੇ ਦੇ ਨਾਲ ਕੋਈ ਵੀ ਸਬੰਧ ਨਹੀਂ ਹਨ, ਉਸ ਦਾ ਕੋਈ ਵੀ ਨੌਜਵਾਨ ਦੋਸਤ ਨਹੀਂ ਹੈ, ਕੋਈ ਵੀ ਮੁੰਡਾ ਦੋਸਤ ਨਹੀਂ ਹੈ। ਪਰ ਹੁਣ ਬੇਅੰਤ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਇੱਕ ਲੜਕੇ ਨਾਲ ਖੜੀ ਹੋਈ ਵਿਖਾਈ ਦੇ ਰਹੀ ਹੈ ਅਤੇ ਉਸ ਫੋਟੋ ਦੇ ਵਿੱਚ ਉਸ ਲੜਕੇ ਨੇ ਬੇਅੰਤ ਨੂੰ ਜੱਫੀ ਵੀ ਪਾਈ ਹੋਈ ਹੈ। ਹਾਲਾਂਕਿ ਹਮਦਰਦ ਟੀਵੀ ਦਾ ਅਦਾਰਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਬੇਅੰਤ ਦੇ ਨਾਲ ਜੋ ਇਹ ਫੋਟੋ ਦੇ ਵਿੱਚ ਦਿਖ ਰਿਹਾ ਲੜਕਾ ਕੌਣ ਹੈ, ਉਸ ਦਾ ਦੋਸਤ ਹੈ, ਭਰਾ ਹੈ, ਰਿਸ਼ਤੇਦਾਰ ਹੈ ਜਾਂ ਫਿਰ ਕੋਈ ਹੋਰ ਹੈ। ਪਰ ਅੱਜਕੱਲ ਇਹ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਮਾਛੀਵਾੜਾ ਦੇ ਪਿੰਡ ਪੰਜੇਟਾ ਤੋਂ ਵੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਡਰਾਈਵਰ ਦੇ ਵੱਲੋਂ ਆਪਣੇ ਮਾਪਿਆਂ ਦਾ 24 ਲੱਖ ਰੁਪਏ ਦਾ ਖਰਚਾ ਕਰਵਾ ਕੇ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਗਿਆ ਅਤੇ ਵਿਦੇਸ਼ ਜਾ ਕੇ ਉਸ ਦੀ ਪਤਨੀ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ। ਜਿਵੇਂ ਹੀ ਉਸ ਦੀ ਪਤਨੀ ਸੰਦੀਪ ਕੌਰ ਵਿਦੇਸ਼ ਜਾਂਦੀ ਹੈ ਅਤੇ ਉੱਥੇ ਜਾ ਕੇ ਆਪਣੇ ਪਰਿਵਾਰ ਨੂੰ 4 ਲੱਖ ਰੁਪਇਆ ਦੇਣ ਦੀ ਗੱਲ ਸੁਖਵਿੰਦਰ ਨੂੰ ਆਖਦੀ ਹੈ। ਸੁਖਵਿੰਦਰ ਦੇ ਮੁਤਾਬਿਕ ਕਿ ਉਸਨੇ ਸਾਰਾ ਪੈਸਾ ਕਰਜ਼ਾ ਚੁੱਕ ਕੇ ਲਗਾਇਆ ਸੀ, ਪਰ ਇਹ ਸਭ ਦੇ ਬਾਵਜੂਦ ਸੰਦੀਪ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ ਅਤੇ ਉੱਥੇ ਜਾ ਕੇ ਗੱਲਬਾਤ ਕਰਨੀ ਵੀ ਘਟਾ ਦਿੱਤੀ ਗਈ ਅਤੇ ਨਾਲ ਹੀ ਉਸ ਦਾ ਨੰਬਰ ਵੀ ਬਲੌਕ ਕਰ ਦਿੱਤਾ ਗਿਆ। ਵੀਜ਼ਾ ਤਾਂ ਉਹਦਾ ਆ ਗਿਆ ਸੀਗਾ, ਆਪਣੀ ਫਾਈਲ ਆਪਾਂ ਵਿਆਹ ਤੋਂ ਥੋੜੇ ਕੁ ਦਿਨ ਬਾਅਦ ਲਾਤੀ ਸੀਗੀ ਤੇ ਉਸ ਤੋਂ ਬਾਅਦ ਚ 12-13 ਦਿਨਾਂ ਬਾਅਦ ਉਹਦਾ ਵੀਜ਼ਾ ਆ ਗਿਆ ਸੀਗਾ ਜੀ, ਮਾਰਚ 'ਚ ਹੀ। ਤੇ ਉਦੋਂ ਚਲੋ ਲੋਕਡਾਊਨ ਲੱਗ ਗਿਆ ਜੀ। ਉਹਨੇ ਜਾਣਾ ਤਾਂ ਸੀਗਾ, ਉਹਦੀਆਂ ਕਲਾਸਾਂ ਸੀਗੀਆਂ ਸ਼ੁਰੂ ਹੋਣੀਆਂ ਸੀਗੀਆਂ, ਮਤਲਬ ਵੀ ਮਈ ਇਨਟੇਕ ਸੀਗਾ ਜੀ, ਮਤਲਬ ਉਹਦੇ ਬਾਅਦ ਚਲੇ ਜਾਣਾ ਸੀਗਾ ਜੀ। ਤੇ ਉਸ ਤੋਂ ਬਾਅਦ 'ਚ ਲੋਕਡਾਊਨ ਲੱਗ ਗਿਆ ਜੀ। ਲੋਕਡਾਊਨ ਲੱਗਿਆ ਤਾਂ ਜੀ ਉਹ ਇੱਥੇ ਫਸ ਗਈ। ਚਲੋ ਮੈਰਿਜ ਸਾਡੀ ਪੱਕੀ ਸੀ, ਚਲੋ ਮੇਰੇ ਨਾਲ ਚਲੋ ਕਹਿੰਦੀ ਕੋਈ ਗੱਲ ਨਹੀਂ, ਜਦੋਂ ਖੁੱਲਣਗੇ ਉਦੋਂ ਸਹੀ, ਆਪਾਂ ਕਿਹੜਾ ਇਕੱਲੇ, ਆਪਾਂ ਦੁਨੀਆ ਨਾਲੇ ਆਈ, ਸਾਰੇ ਆਪਣੇ ਨਾਲੇ ਨੇ। ਤੇ ਉਹ ਅਸੀਂ ਫਿਰ ਇਕੱਠੇ ਰਹਿੰਦੇ ਰਹੇ। ਜਦੋਂ ਲੋਕਡਾਊਨ ਮਤਲਬ ਵੀ ਮਾੜਾ ਜੀ ਫਲਾਈਟਾਂ ਚੱਲ ਗਈਆਂ ਤੇ ਉਸ ਤੋਂ ਬਾਅਦ 'ਚ ਅਸੀਂ ਪਤਾ ਕਰਿਆ, ਟਿਕਟ ਕਰਵਾਈ ਉਹਦੀ ਜੀ। ਟਿਕਟ ਕਰਵਾ ਕੇ ਉਹਨੂੰ ਮੰਨ ਲਾ
28 ਅਗਸਤ 12:55 ਤੇ ਸਵੇਰ ਦੀ ਫਲਾਈਟ ਸੀ ਜੀ ਉਹਦੀ। 28 ਅਗਸਤ ਹਾਂਜੀ 27 ਤਰੀਕ ਨੂੰ ਅਸੀਂ ਘਰੋਂ ਤੁਰੇ ਸੀਗੇ ਜੀ 28 ਅਗਸਤ। ਠੀਕ ਹੈ। ਹਾਂਜੀ 28 ਅਗਸਤ ਨੂੰ ਫਿਰ ਉੱਥੇ ਇੱਥੋਂ ਫਲਾਈਟ ਉਹਦੀ ਟੇਕ ਆਫ ਕਰਦੀ ਹੈ। ਹਾਂਜੀ ਅੱਛਾ, ਫਿਰ ਕਿੰਨੇ ਦਿਨ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ? ਕੀ ਬਦਲਾਅ ਆਇਆ ਫਿਰ, ਕਿੰਨੇ ਦਿਨਾਂ 'ਚ ਆਇਆ? ਸਾਡੇ ਨਾਲ ਜੀ ਉਹਨੇ ਉੱਥੇ ਜਾ ਕੇ ਮੈਂ ਤਕਰੀਬਨ 10 ਕੁ ਦਿਨ ਗੱਲ ਕੀਤੀ ਹੈ ਜੀ। ਅੱਛਾ। ਉਸ ਤੋਂ ਬਾਅਦ 'ਚ ਉਹ ਲੜਾਈ ਝਗੜੇ ਕੇ ਬਸ ਬਹਾਨਾ ਜਿਵੇਂ ਕੋਈ ਭਾਲਣਾ ਹੁੰਦਾ ਜੀ ਉੱਕਣ ਕਰਨ ਲੱਗ ਗਈ। ਤੇ ਉਦੋਂ 'ਚ ਉਹਨੇ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ ਜੀ 10 ਦਿਨਾਂ ਬਾਅਦ। ਅੱਛਾ, ਮਤਲਬ ਉਸ ਤੋਂ ਪਹਿਲਾਂ 7-8 ਮਹੀਨੇ ਇਸੇ ਘਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਨਾਲ ਉਹ ਕੁੜੀ ਰਹੀ ਹੈ, ਹੈ ਨਾ? ਉਸ ਦੌਰਾਨ ਮਤਲਬ ਕਿਵੇਂ ਦਾ ਸੀਗਾ ਕਾਰ ਵਿਹਾਰ, ਤੁਹਾਡੇ ਨਾਲ ਬੋਲ ਚਾਲ, ਸੁਭਾਅ ਕਿਵੇਂ ਦਾ ਸੀ? ਕੋਈ ਇਹੋ ਜਿਹਾ ਮਹਿਸੂਸ ਹੋਇਆ ਕਦੇ? ਨਹੀਂ, ਜਦ ਸਾਡੇ ਨਾਲ 7 ਮਹੀਨੇ ਉਹ ਰਹਿੰਦੀ ਰਹੀ ਆ, ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ। ਸੁਭਾਅ ਬਹੁਤ ਵਧੀਆ ਸੀ, ਸਾਡੇ ਨਾਲ ਮਿਲਦੀ ਜੁਲਦੀ ਸੀਗੀ। ਤੇ ਮੇਰੇ ਘਰਦਿਆਂ ਨੇ ਇਹ ਦੇਖ ਕੇ ਰਿਸ਼ਤਾ ਕੀਤਾ ਸੀਗਾ ਮੇਰਾ ਵੀ, ਚੱਲ ਆਪਣੇ ਨਾਲ ਮਿਲਦੀ ਜੁਲਦੀ ਹੈ ਕੁੜੀ, ਵੀ ਵਧੀਆ ਰਹਿੰਦੀ ਆ ਆਪਣੇ ਨਾਲ। ਤੇ ਕੋਈ ਸਾਡੇ ਨਾਲ ਇਹੋ ਜਿਹੀ ਕੋਈ ਗੱਲਬਾਤ ਨਹੀਂ, ਬਹੁਤ ਵਧੀਆ ਸੀ, ਸਾਡੇ ਰਿਲੇਸ਼ਨ ਵੀ ਬਹੁਤ ਵਧੀਆ ਸੀਗੇ। ਤੇ ਉਦੋਂ ਬਾਅਦ 'ਚ ਜਦੋਂ ਬਾਹਰ ਗਈ ਆ ਤਾਂ ਉਹ ਆਪਣੇ ਮਾਪਿਓ ਕੋਲ ਵੀ ਇੱਕ ਦਿਨ ਰਾਤ ਨਹੀਂ ਕੱਟ ਕੇ ਆਈ ਹੈਗੀ। ਵੀ ਨਹੀਂ ਹੁੰਦਾ ਵੀ ਮੇਰੇ ਮਾਪਿਓ ਨੇ, ਮੈਂ ਚੱਲ ਇੱਕ ਰਾਤ ਰਿਹਾ ਵਾਂ ਉਹਨਾਂ ਕੋਲ, ਵੀ ਮੈਂ ਬਾਹਰ ਚੱਲੀ ਆ, ਵੀ ਮੈਂ ਖਬਰਾਂ ਸਾਲ ਬਾਅਦ ਮੁੜਨਾ ਕਿ 5 ਸਾਲ ਬਾਅਦ ਮੁੜਨਾ ਕਿ 10 ਸਾਲ ਬਾਅਦ ਮੁੜਨਾ, ਜਾਣੀ ਜੋ ਕਹਿੰਦੀ ਵੀ ਮੈਂ ਤੇਰੇ ਨਾਲ ਹੀ ਰਹਿਣਾ ਵਾ। ਇੰਨੇ ਵਧੀਆ ਰਿਲੇਸ਼ਨ ਸੀ ਸਾਡੇ ਜੀ। ਸੁਖਵਿੰਦਰ ਦੇ ਵੱਲੋਂ ਆਪਣੀ ਪਤਨੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ, ਪਰ ਦੂਜੇ ਪਾਸੇ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੁਖਵਿੰਦਰ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ। ਸੰਦੀਪ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਸੁਖਵਿੰਦਰ ਇੱਕ ਸ਼ੱਕੀ ਕਿਸਮ ਦਾ ਵਿਅਕਤੀ ਹੈ, ਜਿਸ ਕਰਕੇ ਉਹਨਾਂ ਦੀ ਕੁੜੀ ਲਗਾਤਾਰ ਪਰੇਸ਼ਾਨ ਰਹਿੰਦੀ ਸੀ। ਤੋਂ ਤੱਕ ਕਿ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੁਖਵਿੰਦਰ ਸਿੰਘ ਨੂੰ ਸਿੱਧਾ ਚੈਲੰਜ ਕੀਤਾ ਹੈ ਕਿ ਜੇਕਰ ਉਹ 10 ਲੱਖ ਰੁਪਏ ਦਾ ਖਰਚਾ ਵੀ ਸਾਬਤ ਕਰ ਸਕਣਗੇ ਤਾਂ ਉਹ ਵਾਪਸ ਕਰਨ ਨੂੰ ਤਿਆਰ ਨੇ। ਅਜਿਹਾ ਇੱਕ ਹੋਰ ਮਾਮਲਾ ਵੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਪਤੀ ਦੇ ਵੱਲੋਂ ਲੱਖਾਂ ਰੁਪਏ ਲਗਾ ਕੇ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਜਾਂਦਾ ਹੈ, ਜਿੱਥੋਂ ਜਾ ਕੇ ਉਹ ਪਤਨੀ ਮੁੱਕਰ ਜਾਂਦੀ ਹੈ। ਫੋਨ ਕਰਦੇ ਆ ਤੇ ਫੀਸਾਂ ਦੀ ਡਿਮਾਂਡ ਕਰਦੀ। ਉਸਦੇ ਪੇਰੈਂਟਸ ਵੀ ਮਤਲਬ ਬਾਰ-ਬਾਰ ਹਰਾਸ ਕਰਦੇ ਮੈਨੂੰ ਮੈਸੇਜ ਕਰਕੇ। ਵੀਜ਼ਾ ਅਪਲਾਈ ਕਰਨ ਤੋਂ ਬਾਅਦ ਮੇਰੇ ਰਿਫਿਊਜ਼ਲ ਲੱਗ ਗਈ। ਰਿਫਿਊਜ਼ਲ ਤੇ ਸਾਫ਼ ਲਿਖਿਆ ਹੈ ਕਿ ਕੁੜੀ ਦੇ ਸਾਰੇ ਡਾਕੂਮੈਂਟ ਫੇਕ ਆ। ਜਿਹੜੀ ਯੂਨੀਵਰਸਿਟੀ ਆਪਾਂ ਘੱਲਿਆ ਉਹ ਯੂਨੀਵਰਸਿਟੀ ਤੋਂ ਉਹਨੇ ਸਾਰੀ ਫੀਸ ਲੈ ਕੇ ਆਪਣੇ ਘਰ ਘੱਲਤੀ ਤੇ ਕਿਸੇ ਹੋਰ ਸਸਤੀ ਯੂਨੀਵਰਸਿਟੀ 'ਚ ਉਹਨੇ ਐਡਮਿਸ਼ਨ ਲੈ ਲਈ। ਅਸੀਂ ਆਪਣੀ ਤੋਂ ਡਰਦੇ ਕਦੀ ਗੱਲ ਨਹੀਂ ਕੀਤੀ ਕਿਸੇ ਨਾਲ ਵੀ। 6 ਸਾਲ ਬਾਅਦ ਅਸੀਂ ਮਤਲਬ ਪਾਣੀ ਜਦੋਂ ਸਾਡਾ ਸਿਰ ਤੋਂ ਲੰਘ ਗਿਆ, ਇੱਕ ਰਾਣੀ ਸਾਡੀ ਪੰਜਾਬ ਪੁਲਿਸ ਨੇ ਸੁਣੀ ਨਾ ਕੀਤੀ। ਜਿੰਨੇ ਵੀ ਸੀ ਇੰਨੇ ਕਰਪਟ ਪੁਲਿਸ ਵਾਲੇ, ਮੈਂ ਸਾਫ਼ ਬੋਲੂੰਗਾ, ਜਿਹੜਾ ਵੀ ਸੁਣਦਾ ਹੋਵੇ ਸਾਰੇ ਕਰਪਟ ਸੀਗੇ ਟੋਟਲੀ ਪੰਜਾਬ ਪੁਲਿਸ। ਮੇਰੀ ਇਵਨ ਮੈਡੀਸਿਨ ਵੀ ਚੱਲਦੀ ਪਈ ਆ। ਮੇਰੇ ਪੇਰੈਂਟਸ ਨੂੰ ਵੀ ਇਹਨੇ ਪੇਸ਼ੈਂਟ ਬਣਾ ਦਿੱਤਾ, ਮੈਨੂੰ ਵੀ। ਮੈਂ ਵੀ ਸੁਣਿਆ ਵੀ ਤੁਸੀਂ ਵੀ ਕਹਿੰਦੇ ਬਿਮਾਰ ਹੋ ਗਏ। ਉਹ ਸਾਰੇ ਇੱਦਾਂ ਹੈਗਾ ਕਿ 2016 ਦੇ ਵਿੱਚ ਜਦੋਂ ਸਾਡੀ ਰਿਜੈਕਸ਼ਨ ਲੱਗੀ ਆ ਤੇ 2017 ਦੇ ਵਿੱਚ ਮੈਂ ਪੇਟ ਦੇ ਕੈਂਸਰ ਦਾ ਮਰੀਜ਼ ਹੋ ਗਿਆ ਟੈਨਸ਼ਨ ਨਾਲ। ਉਦੋਂ ਤਾਂ ਬਸ ਇੱਕ ਵਾਰੀ ਹੋਈ ਆ ਫੀਸ ਦੀ ਕਿ ਸਾਨੂੰ 1-2 ਵਾਰੀ ਫੀਸ ਦਿਓ। ਫੀਸ ਨਾਲ ਆਂਟੀ ਮੈਨੂੰ ਫੀਸ, ਮੈਂ ਕਿਹਾ ਆਂਟੀ ਕਹਿੰਦੇ ਰਹੇ ਆ ਤੇ ਮੈਂ ਕਿਹਾ ਆਂਟੀ ਤੋਂ ਕੋਈ ਮਤਲਬ ਕਿਹੜੇ ਤਰੀਕੇ ਨਾਲ ਸਾਨੂੰ ਕਹਿੰਦੀ ਆ। ਟੋਟਲ ਮੈਂ 30-32 ਲੱਖ ਰੁਪਏ ਦੇ ਥੱਲੇ ਆ ਇਸ ਟਾਈਮ। ਪੰਜਾਬ ਦੇ ਵਿੱਚ ਧੋਖੇਬਾਜ਼ ਕੁੜੀਆਂ ਦੇ ਇਹ ਮਾਮਲੇ ਨਿਤ ਨਵੇਂ ਸਾਹਮਣੇ ਆ ਰਹੇ ਨੇ ਅਤੇ ਇਸੇ ਚਰਚਾ ਦਾ ਵਿਸ਼ਾ ਹੁਣ ਕੈਨੇਡਾ ਦੇ ਵਿੱਚ ਵੀ ਬਣ ਚੁੱਕਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਤੋਂ ਜਾ ਕੇ ਮੁੰਡੇ ਵਾਲਿਆਂ ਦਾ ਪੈਸਾ ਲਗਾ ਕੇ ਕੁੜੀਆਂ ਮੁੱਕਰ ਰਹੀਆਂ ਨੇ ਤੇ ਆਪਣੇ ਦੋਸਤ ਦੇ ਨਾਲ ਰਹਿੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ, ਜਿਸ ਦੀਆਂ ਇਹ ਤਸਵੀਰਾਂ ਬਿਆਨ ਕਰਦੀਆਂ ਨੇ। ਚਾਹੇ ਉਹ ਬਰਨਾਲੇ ਦੀ ਰਹਿਣ ਵਾਲੀ ਬੇਅੰਤ ਕੌਰ ਹੋਵੇ ਤੇ ਚਾਹੇ ਮਾਛੀਵਾੜਾ ਦੀ ਸੰਦੀਪ ਕੌਰ ਹੋਵੇ। ਤਾਂ ਹੁਣ ਇਹਨਾਂ तमाम ਕੁੜੀਆਂ ਦੀ ਖੈਰ ਨਹੀਂ ਹੈ, ਕਿਉਂਕਿ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਮੁੰਡਿਆਂ ਦੇ ਵੱਲੋਂ ਧੋਖਾਧੜੀ ਕੀਤੀ ਜਾਂਦੀ ਸੀ ਤਾਂ ਉਹਨਾਂ ਦੇ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ ਕੈਨੇਡਾ ਦੀ ਸਰਕਾਰ ਦੇ ਵੱਲੋਂ। ਹੁਣ ਜਿਸ ਤਰ੍ਹਾਂ ਦੀ ਚਰਚਾ ਕੈਨੇਡਾ ਦੀ ਸਰਕਾਰ ਵਿੱਚ ਇਹਨਾਂ ਕੁੜੀਆਂ ਨੂੰ ਲੈ ਕੇ ਛਿੜੀ ਹੋਈ ਹੈ, ਖਾਸ ਕਰਕੇ
ਬਰਨਾਲੇ ਵਾਲੇ ਮਾਮਲੇ ਵਿੱਚ, ਕਿਉਂਕਿ ਲਵਪ੍ਰੀਤ ਸਿੰਘ ਦੇ ਵੱਲੋਂ ਇਸੇ ਗਮ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਹੈ। ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੀ ਸਰਕਾਰ ਦੇ ਵੱਲੋਂ ਇੱਕ ਅਜਿਹਾ ਕਾਨੂੰਨ ਲਿਆਂਦਾ ਜਾਵੇ ਜਿਸ ਦੇ ਵਿੱਚ ਇਹ ਧੋਖਾਧੜੀ ਕਰਨ ਵਾਲੀਆਂ ਕੁੜੀਆਂ ਨੂੰ ਹਮੇਸ਼ਾ ਦੇ ਲਈ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਹੁਣ ਵੇਖਦੇ ਹਾਂ ਕਿ ਇਹਨਾਂ तमाम ਮੁੱਦਿਆਂ ਦੇ ਵਿੱਚ ਕੈਨੇਡਾ ਦੀ ਸਰਕਾਰ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ, ਕਿ ਬੇਅੰਤ ਕੌਰ ਨੂੰ, ਕਿ ਸੰਦੀਪ ਕੌਰ ਨੂੰ, ਜਾਂ ਫਿਰ ਹੋਰ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕਿ ਮੁੰਡੇ ਵਾਲਿਆਂ ਦਾ ਪੈਸਾ ਲਗਾ ਕੇ ਬਾਹਰ ਗਈਆਂ ਨੇ, ਉਹਨਾਂ ਦੇ ਉੱਤੇ ਕੀ ਐਕਸ਼ਨ ਲਿਆ ਜਾਂਦਾ ਹੈ, ਕੀ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਜਾਂ ਫਿਰ ਸਮਝੌਤੇ ਹੋ ਜਾਂਦੇ ਨੇ। ਬਿਊਰੋ ਰਿਪੋਰਟ, ਹਮਦਰਦ ਟੀਵੀ।